ਹੈਲੋ ਸਟੂਡੈਂਟਸ, ਹਾਊ ਆਰ ਯੂ? ਅੱਜ ਅਸੀਂ ਕਰਨ ਜਾ ਰਹੇ ਹਾਂ ਇੱਕ ਨਿਊ ਲੈਸਨ 13 ਸਮੈਸ਼ਿੰਗ ਦ ਗਲਾਸ ਸੀਲਿੰਗ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਸ ਟਾਈਟਲ ਦਾ ਮਤਲਬ ਪਤਾ ਹੋਣਾ ਚਾਹੀਦਾ। ਸਮੈਸ਼ਿੰਗ ਯਾਨੀ ਜ਼ੋਰ ਨਾਲ ਕਿਸੇ ਚੀਜ਼ ਨੂੰ ਤੋੜ ਦੇਣਾ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਮੂੰਹ ਤੋੜ ਜਵਾਬ ਦੇਣਾ। ਸਮੈਸ਼ਿੰਗ ਦ ਗਲਾਸ ਸੀਲਿੰਗ। ਗਲਾਸ ਸੀਲਿੰਗ ਇੱਕ ਇਹੋ ਜਿਹੀ ਦੀਵਾਰ ਜਿਹੜੀ ਗਲਾਸ ਦੀ ਬਣੀ ਹੋਈ ਹੋਵੇ ਤੇ ਆਮ ਕਰਕੇ ਉਸ ਪ੍ਰਥਾ ਲੋਕਾਂ ਦੀ ਉਸ ਸੋਚ ਬਾਰੇ ਵਰਤਿਆ ਜਾਂਦਾ ਹੈ ਜੋ ਕਿ ਔਰਤਾਂ ਨੂੰ ਆਪਣੇ ਘਰ ਦੀ ਚਾਰ ਦੀਵਾਰੀ ਵਿੱਚੋਂ ਬਾਹਰ ਨਿਕਲ ਕੇ ਕੰਮ ਕਰਨ, ਪੜ੍ਹਾਈ ਕਰਨ, ਬਿਜ਼ਨਸ ਕਰਨ ਤੇ ਹੋਰ ਓਪਰਚੁਨਿਟੀਜ਼ ਨੂੰ ਅਵੇਲ ਕਰਨ ਤੋਂ ਅਤੇ ਆਪਣੀ ਲਾਈਫ ਦੇ ਵਿੱਚ ਕਾਮਯਾਬ ਹੋਣ ਤੋਂ ਰੋਕਦੀ ਹੈ। ਸੋ ਉਸ ਨੂੰ ਆਪਾਂ ਕਹਿੰਦੇ ਹਾਂ ਗਲਾਸ ਸੀਲਿੰਗ। ਸੋ ਆਓ ਆਪਾਂ ਇਸ ਲੈਸਨ 'ਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਦੋ ਫਰੈਂਡਸ ਹੁੰਦੀਆਂ ਹਨ ਤੇ ਉਹਨਾਂ ਵਿੱਚੋਂ ਇੱਕ ਫਰੈਂਡ ਜਿਹੜੀ ਹੈ ਆਪਣੀ ਗਲਾਸ ਸੀਲਿੰਗ ਨੂੰ ਤੋੜ ਕੇ ਕਿਸ ਤਰ੍ਹਾਂ ਉਹ ਅੱਗੇ ਵੱਧਦੀ ਹੈ ਤੇ ਦੂਜੀ ਉਸੇ ਗਲਾਸ ਸੀਲਿੰਗ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਅਖੀਰ ਤੇ ਇਕੱਲਾ ਮਹਿਸੂਸ ਕਰਨ ਲੱਗ ਜਾਂਦੀ ਹੈ। ਆਓ ਇਸ ਤੋਂ ਪਹਿਲਾਂ ਕਿ ਅਸੀਂ ਇਹ ਲੈਸਨ ਸ਼ੁਰੂ ਕਰੀਏ। ਐਕਟੀਵਿਟੀ ਫਸਟ, ਵਰਡ ਮੀਨਿੰਗ। ਸਮੈਸ਼ਿੰਗ ਤੋੜਨਾ, ਹਗਡ ਗਲੇ ਲਗਾਇਆ, ਮੈਮਰੀਜ਼ ਯਾਦਾਂ, ਰੈਗਰੈਟ ਖੇਦ, ਅਰਥਰਾਈਟਿਸ ਗਠੀਆ ਜੋੜਾਂ ਦਾ ਦਰਦ, ਚੈਰੀਟੇਬਲ ਖੈਰਾਤੀ ਜਾਂ ਦਾਨੀ, ਸਕਿੱਲਸ ਹੁਨਰ, ਪਬਲਿਸ਼ਿੰਗ ਪ੍ਰਕਾਸ਼ਿਤ ਕਰਨਾ, ਓਪਰਚੁਨਿਟੀ ਮੌਕਾ, ਸੋਲ ਇਕੱਲਾ, ਰੋਲ ਮਾਡਲ ਪ੍ਰੇਰਨਾ ਸਰੋਤ ਜਾਂ ਆਦਰਸ਼, ਕੁਆਲੀਫਿਕੇਸ਼ਨ ਯੋਗਤਾ, ਇੰਸਪੀਰੇਸ਼ਨ ਪ੍ਰੇਰਣਾ, ਪ੍ਰਮੋਟ ਪ੍ਰਚਾਰ ਕਰਨਾ ਜਾਂ ਬੜਾਵਾ ਦੇਣਾ, ਫੋਰਨ ਵਿਦੇਸ਼। Glass ceiling stands for something unfair that stops a woman from getting important positions or jobs. Glass ceiling ਦਾ ਮਤਲਬ ਹੈ ਇਹੋ ਜਿਹੀ ਕੁਰੀਤੀ ਜਿਹੜੇ ਕਿ ਔਰਤਾਂ ਨੂੰ ਸਮਾਜ ਵਿੱਚ ਅੱਗੇ ਵਧਣ ਤੋਂ ਅਤੇ ਮਹੱਤਵਪੂਰਨ ਸਥਾਨ ਜਾਂ ਜੋਬਸ ਲੈਣ ਤੋਂ ਰੋਕਦੀ ਹੈ। ਫॉर ਐਗਜ਼ਾਮਪਲ, ਉਦਾਹਰਨ ਦੇ ਤੌਰ ਤੇ it could be the unfair belief that women should not step outside for work after marriage. ਇੱਕ ਬੜੀ ਅਣਉਚਿਤ ਸੋਚ ਹੈ ਕਿ ਔਰਤਾਂ ਨੂੰ ਮੈਰਿਜ ਤੋਂ ਬਾਅਦ ਆਪਣੇ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਔਰ that women are the best givers ਜਾਂ ਔਰਤਾਂ ਬਹੁਤ ਵੱਡੀਆਂ ਦੇਵੀਆਂ ਹੁੰਦੀਆਂ ਹਨ, ਸੋ they should raise children, ਸੋ ਉਹਨਾਂ ਨੂੰ ਆਪਣੇ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ, ਪਾਲਣਾ ਪੋਸ਼ਣਾ ਕਰਨੀ ਚਾਹੀਦੀ ਹੈ। ਥਰੂ ਦ ਗਲਾਸ ਸੀਲਿੰਗ, ਸਮਾਜ ਵੱਲੋਂ ਉਠਾਈ ਹੋਈ ਇਸ ਗਲਾਸ ਦੀ ਦੀਵਾਰ ਦੇ ਵਿੱਚੋਂ ਦੀ women can see what top positions and power look like. ਔਰਤਾਂ ਦੇਖ ਸਕਦੀਆਂ ਹਨ ਕਿ ਸਭ ਤੋਂ ਉੱਪਰਲਾ ਸਥਾਨ ਅਤੇ ਸ਼ਕਤੀ ਕਿਹੋ ਜਿਹੀ ਹੁੰਦੀ ਹੈ, ਬਟ ਦੇ ਆਰ ਅਨਏਬਲ ਟੂ ਗੈਟ ਦੇਅਰ, ਪਰ ਉਹ ਅਯੋਗ ਹੁੰਦੀਆਂ ਹਨ ਉਹਨਾਂ ਨੂੰ ਪ੍ਰਾਪਤ ਕਰਨ ਵਿੱਚ। ਲੈਟ ਅਸ ਰੀਡ ਦਾ ਸਟੋਰੀ। ਆਓ ਆਪਾਂ ਹੁਣ ਸਟੋਰੀ ਪੜ੍ਹਦੇ ਹਾਂ ਤੇ ਦੇਖਦੇ ਹਾਂ ਇਹ ਸਟੋਰੀ ਕਿਸ ਤਰ੍ਹਾਂ ਅੱਗੇ ਮੂਵ ਹੁੰਦੀ ਹੈ। ਦੀਦੀ, ਯੂ ਸਟਿਲ ਲੁੱਕ ਦ ਸੇਮ, ਪਰਮਜੀਤ ਹਗਡ ਗੀਤ ਟਾਈਟਲੀ। ਹੁਣ ਇੱਥੇ ਪਰਮਜੀਤ ਜੋ ਕਿ ਇੰਡੀਆ ਰਹਿੰਦੀ ਹੈ ਅਤੇ ਗੀਤ ਜੋ ਕਿ ਵਿਦੇਸ਼ ਤੋਂ ਆਈ ਹੈ, ਇਹ ਦੋਨੋਂ ਬਚਪਨ ਦੀਆਂ ਸਹੇਲੀਆਂ ਸਨ, ਜਿੱਥੇ ਕਿ ਪਰਮਜੀਤ ਦੇ ਮਾਤਾ ਜੀ ਗੀਤ ਦੇ ਘਰ ਕੰਮ ਕਰਦੇ ਹੁੰਦੇ ਸਨ। ਦੀਦੀ, ਤੂੰ ਤਾਂ ਬਿਲਕੁਲ ਪਹਿਲੇ ਵਰਗੀ ਲੱਗਦੀ ਪਈ ਹੈ, ਪਰਮਜੀਤ ਨੇ ਗੀਤ ਨੂੰ ਘੁੱਟ ਕੇ ਜੱਫੀ ਪਾਉਂਦੇ ਹੋਏ ਕਿਹਾ। 25 years had passed. 25 ਸਾਲ ਬੀਤ ਗਏ ਹਨ। Both had been busy raising their own families. ਬਚਪਨ ਦੀਆਂ ਇਹ ਦੋਨੋਂ ਸਹੇਲੀਆਂ ਆਪਣੀ ਆਪਣੀ ਫੈਮਲੀਜ਼ ਦੇ ਪਾਲਣ ਪੋਸ਼ਣ ਵਿੱਚ ਰੁੱਝ ਗਈਆਂ ਸਨ। ਗੀਤ ਹੈਡ ਗੋਨ ਅਬਰੋਡ ਆਫਟਰ ਮੈਰਿਜ। ਗੀਤ ਵਿਆਹ ਤੋਂ ਬਾਅਦ ਵਿਦੇਸ਼ ਚਲੇ ਗਈ ਸੀ। ਦੇਅਰ ਚਾਈਲਡਹੁੱਡ ਮੈਮਰੀਜ਼ ਹਾਊਐਵਰ ਵਾਸ ਸਟਿਲ ਫਰੈਸ਼। ਉਹਨਾਂ ਦੀਆਂ ਬਚਪਨ ਦੀਆਂ ਯਾਦਾਂ ਹਾਲਾਂਕਿ ਅਜੇ ਵੀ ਤਰੋਤਾਜ਼ਾ ਸਨ। ਪਰਮਜੀਤ's ਮਦਰ ਅ ਵਿਡੋ, ਪਰਮਜੀਤ ਦੇ ਮਾਤਾ ਜੀ ਜੋ ਕਿ ਇੱਕ ਵਿਧਵਾ ਸਨ, ਹੈਡ ਬੀਨ ਅ ਟਰਸਟਡ ਹਾਊਸ ਹੈਲਪ ਐਟ ਗੀਤ's ਹਾਊਸ, ਜੋ ਕਿ ਗੀਤ ਦੇ ਘਰ ਵਿੱਚ ਵਿਸ਼ਵਾਸਯੋਗ ਤਰੀਕੇ ਨਾਲ ਕੰਮ ਕਰਦੇ ਸਨ। ਐਂਡ ਪਰਮਜੀਤ ਵਾਜ਼ ਲੱਕੀ ਟੂ ਬੀ ਟ੍ਰੀਟਡ ਐਜ਼ ਦੇਅਰ ਡਾਟਰ ਬਾਈ ਗੀਤ's ਪੇਰੈਂਟਸ, ਅਤੇ ਪਰਮਜੀਤ ਬੜੀ ਖੁਸ਼ਕਿਸਮਤ ਸੀ ਕਿ ਗੀਤ ਦੇ ਮਾਤਾ ਪਿਤਾ ਉਸ ਨੂੰ ਆਪਣੀ ਬੱਚੀ ਵਾਂਗ ਹੀ ਸਮਝਦੇ ਸਨ। Look at you, ਪਰਮਜੀਤ, you seem to have done well in life. ਗੀਤ ਕਹਿੰਦੀ ਹੈ, ਪਰਮਜੀਤ ਮੈਂ ਤੇਰੇ ਵੱਲ ਦੇਖਦੀ ਹਾਂ, ਮੈਨੂੰ ਲੱਗਦਾ ਤੂੰ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਵਧੀਆ ਕੁਝ ਕੀਤਾ ਹੋਇਆ ਹੈ। ਗੀਤ had noticed Paramjeet's good clothes, her costly mobile phone and her polished way of talking. ਗੀਤ ਨੇ ਧਿਆਨ ਦਿੱਤਾ ਕਿਹਦੇ ਵੱਲ? ਪਰਮਜੀਤ ਦੇ ਅੱਛੇ ਕੱਪੜਿਆਂ ਵੱਲ, ਉਹਦੇ ਮਹਿੰਗੇ ਮੋਬਾਈਲ ਵੱਲ ਅਤੇ ਉਹਦੇ ਬੜੇ ਵਧੀਆ ਤਰੀਕੇ ਨਾਲ ਗੱਲ ਕਰਨ ਦੇ ਵੱਲ ਉਸਨੇ ਧਿਆਨ ਦਿੱਤਾ। One would hardly believe that she had been extremely poor as a child when her father had passed away. ਕੋਈ ਵੀ ਬੜੀ ਮੁਸ਼ਕਲ ਨਾਲ ਹੀ ਵਿਸ਼ਵਾਸ ਕਰ ਸਕਦਾ ਸੀ ਕਿ ਜਦੋਂ
ਉਹਦੇ ਬਚਪਨ ਦੇ ਵਿੱਚ ਜਦੋਂ ਉਸਦੇ ਪਿਤਾ ਜੀ ਦੀ ਡੈਥ ਹੋ ਗਈ ਸੀ ਤਾਂ ਉਹ ਬਹੁਤ ਗਰੀਬ ਸੀ। ਗੀਤ took ਪਰਮਜੀਤ with her to the rooftop where they had often played together as children। ਗੀਤ ਪਰਮਜੀਤ ਨੂੰ ਆਪਣੇ ਘਰ ਦੀ ਛੱਤ ਤੇ ਲੈ ਗਈ ਜਿੱਥੇ ਉਹ ਬਚਪਨ ਵਿੱਚ ਇਕੱਠੇ ਖੇਡਿਆ ਕਰਦੇ ਸਨ। They admired the beautiful sunset as the birds returned to their nests। ਉੱਥੇ ਖੜ ਕੇ ਉਹਨਾਂ ਨੇ ਖੂਬਸੂਰਤ ਸੂਰਜ ਛਿਪਣ ਦੀ ਅਤੇ ਪੰਛੀਆਂ ਦੇ ਸ਼ਾਮ ਨੂੰ ਆਪਣੇ ਆਲ੍ਹਣਿਆਂ ਵਿੱਚ ਵਾਪਸ ਆਉਣ ਦੀ ਸਰਾਹਨਾ ਕੀਤੀ। Didi, tell me all about yourself. How have you been? What took you so long to visit us? ਪਰਮਜੀਤ asked। ਪਰਮਜੀਤ ਨੇ ਪੁੱਛਿਆ, ਦੀਦੀ ਮੈਨੂੰ ਸਭ ਕੁਝ ਦੱਸੋ ਆਪਣੇ ਬਾਰੇ, ਤੁਸੀਂ ਕਿੱਦਾਂ ਹੋ ਤੇ ਇੰਨਾ ਟਾਈਮ ਤੁਹਾਨੂੰ ਕਿੱਦਾਂ ਲੱਗ ਗਿਆ ਦੁਬਾਰਾ ਇੱਥੇ ਵਿਜ਼ਿਟ ਕਰਨ 'ਚ। ਗੀਤ ਰਿਪਲਾਈਡ, ਗੀਤ ਨੇ ਜਵਾਬ ਦਿੱਤਾ, ਡੂ ਯੂ ਸੀ ਥੀਸ ਬਰਡਸ? ਕੀ ਤੂੰ ਇਹਨਾਂ ਪੰਛੀਆਂ ਨੂੰ ਦੇਖ ਰਹੀ ਹੈ? ਮਾਈ ਲਾਈਫ ਹੈਜ਼ ਬੀਨ ਐਗਜ਼ੈਕਟਲੀ ਲਾਈਕ ਦੇਅਰਸ। ਮੇਰੀ ਜ਼ਿੰਦਗੀ ਵੀ ਇਹਨਾਂ ਵਰਗੀ ਬਣ ਗਈ ਹੈ। ਆਈ ਫਲਿਊ ਅਵੇ ਇਨਟੂ ਐਨ ਅਨਨੋਨ ਲੈਂਡ। ਮੈਂ ਇੱਕ ਅਣਪਛਾਤੀ ਧਰਤੀ 'ਤੇ ਉੱਡ ਕੇ ਚਲੇ ਗਈ। ਬਿਲਟ ਮਾਈ ਫੈਮਿਲੀ ਨੈਸਟ। ਅਤੇ ਮੈਂ ਉੱਥੇ ਆਪਣੇ ਪਰਿਵਾਰ ਦਾ ਘੋਂਸਲਾ ਬਣਾਇਆ। looked after the needs of my husband and his old parents and raised two fine sons। ਅਤੇ ਆਪਣੇ ਹਸਬੈਂਡ ਅਤੇ ਉਹਨਾਂ ਦੇ ਮਾਤਾ ਪਿਤਾ ਦੀਆਂ ਲੋੜਾਂ ਦਾ ਧਿਆਨ ਰੱਖਿਆ ਅਤੇ ਦੋ ਬਹੁਤ ਹੀ ਵਧੀਆ ਬੇਟਿਆਂ ਦੀ ਪਰਵਰਿਸ਼ ਕੀਤੀ। ਬਟ ਮਾਈ ਨੈਸਟ ਇਜ਼ ਵੈਰੀ ਲੋਨਲੀ ਨਾਓ। ਪਰ ਮੇਰਾ ਇਹ ਘੋਂਸਲਾ ਹੁਣ ਬਹੁਤ ਇਕੱਲਾ ਹੋ ਗਿਆ ਹੈ। ਮਾਈ ਪੇਰੈਂਟਸ ਇਨ ਲਾਅ ਹੈਵ ਪਾਸਡ ਅਵੇ। ਮੇਰੇ ਸੱਸ ਸਹੁਰਾ ਹੁਣ ਗੁਜ਼ਰ ਚੁੱਕੇ ਹਨ। ਐਂਡ ਮਾਈ ਸਨਸ ਹੈਵ ਸ਼ਿਫਟਡ ਆਊਟ। ਅਤੇ ਮੇਰੇ ਬੱਚੇ ਹੁਣ ਆਪਣਾ ਘਰ ਛੋੜ ਕੇ ਦੂਜੀ ਜਗ੍ਹਾ ਰਹਿੰਦੇ ਹਨ। ਮਾਈ ਹਸਬੈਂਡ ਯੂਜ਼ਲੀ ਰਿਮੇਨਸ ਬਿਜ਼ੀ ਐਟ ਵਰਕ। ਮੇਰੇ ਪਤੀ ਆਮ ਕਰਕੇ ਆਪਣੇ ਕੰਮ ਵਿੱਚ ਬਿਜ਼ੀ ਰਹਿੰਦੇ ਹਨ। ਦੀਦੀ, ਯੂ ਆਲਸੋ ਮਸਟ ਬੀ ਵਰਕਿੰਗ ਰਾਈਟ? ਤਾਂ ਪਰਮਜੀਤ ਨੇ ਪੁੱਛਿਆ, ਦੀਦੀ ਤੁਸੀਂ ਵੀ ਤਾਂ ਫਿਰ ਕੰਮ ਕਰਦੇ ਹੀ ਹੋਵੋਗੇ, ਠੀਕ ਹੈ ਨਾ? I still remember you as a class topper in studies as well as sports। ਪਰਮਜੀਤ ਕਹਿੰਦੀ, ਮੈਨੂੰ ਯਾਦ ਹੈ ਤੁਸੀਂ ਤਾਂ ਕਲਾਸ ਵਿੱਚ ਟੋਪਰ ਹੁੰਦੇ ਸੀ ਤੇ ਸਪੋਰਟਸ ਵਿੱਚ ਵੀ ਬੜੇ ਅੱਗੇ ਹੁੰਦੇ ਸੀ। The medals and awards won by you are kept on that huge wooden rack, ਪਰਮਜੀਤ said। ਹੁਣ ਪਰਮਜੀਤ ਨੇ ਬੜੇ ਉਤਸੁਕਤਾ ਨਾਲ ਪੁੱਛਿਆ ਕਿ ਜਿਹੜੇ ਤੁਹਾਨੂੰ ਮੈਡਲ ਮਿਲਦੇ ਸੀ, ਅਵਾਰਡ ਮਿਲਦੇ ਸੀ ਤੇ ਤੁਸੀਂ ਇਸ ਲੱਕੜੀ ਦੇ ਰੈਕ ਉੱਤੇ ਸਜਾ ਕੇ ਰੱਖ ਦਿੰਦੇ ਸੀ। No, I was not allowed to work after marriage। ਤਾਂ ਗੀਤ ਵਿਚਾਰੀ ਨੇ ਕਿਹਾ, ਨਹੀਂ ਮੈਨੂੰ ਵਿਆਹ ਤੋਂ ਬਾਅਦ ਇਜਾਜ਼ਤ ਨਹੀਂ ਸੀ ਕਿ ਮੈਂ ਕੰਮ ਕਰ ਸਕਾਂ। ਮਾਈ ਹਸਬੈਂਡ ਐਂਡ ਹਿਜ਼ ਪੇਰੈਂਟਸ ਹੈਡ ਟੂ ਬੀ ਲੁਕਡ ਆਫਟਰ। ਮੈਨੂੰ ਆਪਣੇ ਹਸਬੈਂਡ ਦੀ ਅਤੇ ਉਹਨਾਂ ਦੇ ਮਾਤਾ ਪਿਤਾ ਦੀ ਲੁੱਕ ਆਫਟਰ ਕਰਨੀ ਪਈ। ਗੀਤ ਸਪੋਕ ਵਿਦ ਰੈਗਰੈਟ। ਗੀਤ ਨੇ ਬੜੇ ਖੇਦ ਨਾਲ ਕਿਹਾ, ਨਾਓ ਟੈਲ ਮੀ ਯੂਰ ਸਟੋਰੀ ਪਰਮਜੀਤ, ਵਾਟ ਹੈਵ ਯੂ ਬੀਨ ਡੂਇੰਗ? ਹੁਣ ਪਰਮਜੀਤ ਤੂੰ ਮੈਨੂੰ ਆਪਣੀ ਸਟੋਰੀ ਦੱਸ, ਹੁਣ ਤੱਕ ਤੂੰ ਕੀ ਕਰਦੀ ਰਹੀ ਹੈ? I could barely finish high school when my mother caught arthritis। ਮੈਂ ਮਸਾਂ ਹੀ ਆਪਣਾ ਹਾਈ ਸਕੂਲ ਅਜੇ ਖ਼ਤਮ ਕੀਤਾ ਹੀ ਸੀ ਕਿ ਮੇਰੇ ਮੰਮੀ ਨੂੰ ਗਠੀਆ ਹੋ ਗਿਆ। I had to work during the day to earn money for her medical treatment। ਤੇ ਉਹਨਾਂ ਦੇ ਇਲਾਜ ਵਾਸਤੇ ਮੈਨੂੰ ਪੈਸੇ ਕਮਾਉਣ ਲਈ ਦਿਨ ਵੇਲੇ ਕੰਮ ਕਰਨਾ ਪੈਂਦਾ। ਬਟ ਦੀਦੀ, ਯੂਰ ਪੇਰੈਂਟ ਹੈਵ ਆਲਵੇਜ਼ ਬੀਨ ਵੈਰੀ ਕਾਈਂਡ ਟੂ ਅਸ। ਸੋ ਪਰਮਜੀਤ ਗੀਤ ਨੂੰ ਇੱਥੇ ਕਹਿ ਰਹੀ ਹੈ ਕਿ ਤੁਹਾਡੇ ਪੇਰੈਂਟਸ ਮੇਰੇ ਲਈ ਬੜੇ ਦਇਆਵਾਨ ਰਹੇ, ਬੜੇ ਦਿਆਲੂ ਰਹੇ। They also got me to attend classes run by a charitable agency। ਉਹਨਾਂ ਨੇ ਮੇਰੀ ਪੜ੍ਹਾਈ ਲਿਖਾਈ ਲਈ ਈਵਨਿੰਗ ਕਲਾਸਿਸ ਅਰੇਂਜ ਕਰਵਾਈਆਂ ਜਿਹੜੀਆਂ ਕਿ ਇੱਕ ਚੈਰੀਟੇਬਲ ਏਜੰਸੀ ਵੱਲੋਂ ਰਨ ਕੀਤੀਆਂ ਜਾਂਦੀਆਂ ਸਨ। The agency helped me set up a small business of my own। ਪਰਮਜੀਤ spoke proudly। ਏਜੰਸੀ ਨੇ ਮੈਨੂੰ ਹੈਲਪ ਕੀਤੀ ਕਿ ਮੈਂ ਆਪਣਾ ਇੱਕ ਲਘੂ ਉਦਯੋਗ, ਆਪਣਾ ਇੱਕ ਛੋਟਾ ਜਿਹਾ ਬਿਜ਼ਨਸ ਸਥਾਪਿਤ ਕਰ ਸਕਾਂ। ਪਰਮਜੀਤ ਨੇ ਬੜੇ ਮਾਣ ਨਾਲ ਕਿਹਾ। What kind of business exactly? asked ਗੀਤ eagerly। ਸੋ ਗੀਤ ਨੇ ਬੜੇ ਉਤਸੁਕਤਾ ਨਾਲ ਕਿਹਾ ਕਿ ਕਿਸ ਤਰ੍ਹਾਂ ਦਾ ਬਿਜ਼ਨਸ, ਮੈਨੂੰ ਐਗਜ਼ੈਕਟਲੀ ਦੱਸ। The agency trained me in computer and internet skills। ਏਜੰਸੀ ਨੇ ਮੈਨੂੰ ਟ੍ਰੇਨ ਕੀਤਾ ਕੰਪਿਊਟਰ ਵਿੱਚ ਅਤੇ ਇੰਟਰਨੈਟ ਹੁਨਰ ਵਿੱਚ। I also learned desktop publishing। ਮੈਂ ਡੈਸਕਟਾਪ ਪਬਲਿਸ਼ਿੰਗ ਵੀ ਸਿੱਖੀ। That means ਉਹਦਾ ਮਤਲਬ ਹੈ using a small computer and a machine। ਇੱਕ ਛੋਟਾ ਕੰਪਿਊਟਰ ਅਤੇ ਇੱਕ ਮਸ਼ੀਨ ਨੂੰ ਵਰਤਣਾ ਕਾਹਦੇ ਵਾਸਤੇ? ਫॉर ਪ੍ਰਿੰਟਿੰਗ ਟੂ ਪ੍ਰੋਡਿਊਸ ਬੁੱਕਸ ਨੂੰ ਪ੍ਰਿੰਟ ਕਰਕੇ ਪ੍ਰੋਡਿਊਸ ਕਰਨ ਵਿੱਚ, ਮੈਗਜ਼ੀਨਸ ਨੂੰ ਐਂਡ ਅਦਰ ਪ੍ਰਿੰਟਡ ਮਟੀਰੀਅਲਸ।
ਅਤੇ ਹੋਰ ਛਪਣ ਵਾਲੇ ਮਟੀਰੀਅਲਸ ਨੂੰ ਪ੍ਰਿੰਟ ਕਰਨ ਲਈ ਮੈਂ ਸਮਾਲ ਕੰਪਿਊਟਰ ਅਤੇ ਮਸ਼ੀਨ ਦੀ ਵਰਤੋਂ ਕਰਨੀ ਸਿੱਖੀ। The agency also taught money skills and opened my bank account. ਏਜੰਸੀ ਨੇ ਮੈਨੂੰ ਪੈਸੇ ਪ੍ਰਤੀ ਹੁਨਰ ਵੀ ਸਿਖਾਏ ਅਤੇ ਮੇਰਾ ਬੈਂਕ ਦਾ ਅਕਾਊਂਟ ਵੀ ਖੋਲ੍ਹਿਆ and helped me get a nice loan to start my business. ਅਤੇ ਮੇਰੀ ਹੈਲਪ ਵੀ ਕੀਤੀ ਤਾਂ ਕਿ ਮੈਨੂੰ ਇੱਕ ਅੱਛਾ ਲੋਨ ਮਿਲ ਸਕੇ ਜਿਸ ਨਾਲ ਮੈਂ ਆਪਣਾ ਕੰਮ ਸ਼ੁਰੂ ਕਰ ਸਕਾਂ। I made use of the growing online work opportunities right from this home and neighborhood. ਮੈਂ ਜੋ ਕਿ ਆਨਲਾਈਨ ਵਰਕ ਦੀਆਂ ਓਪਰਚੁਨਿਟੀਜ਼ ਵੱਧ ਰਹੀਆਂ ਸਨ ਉਸ ਨੂੰ ਆਪਣੇ ਘਰ ਬੈਠੇ ਅਤੇ ਆਪਣੇ ਗੁਆਂਢ ਵਿੱਚ ਜਾ ਕੇ ਉਸ ਨੂੰ ਪੂਰੀ ਤਰ੍ਹਾਂ ਅਵੇਲ ਕੀਤਾ, ਉਸ ਦਾ ਫਾਇਦਾ ਉਠਾਇਆ। Today my shop serves customers like the ਪੰਚਾਇਤ, government offices, local colleges and schools. ਅੱਜ ਮੇਰੀ ਦੁਕਾਨ ਤੇ ਪੰਚਾਇਤ ਤੋਂ, ਸਰਕਾਰੀ ਦਫ਼ਤਰਾਂ ਤੋਂ, ਸਥਾਨਕ ਕਾਲਜਾਂ ਤੇ ਸਕੂਲਾਂ ਤੋਂ ਕਸਟਮਰਸ ਆਉਂਦੇ ਹਨ। I design posters and visiting cards for them. ਮੈਂ ਉਹਨਾਂ ਵਾਸਤੇ ਪੋਸਟਰ ਡਿਜ਼ਾਈਨ ਕਰਦੀ ਹਾਂ ਤੇ ਵਿਜ਼ਿਟਿੰਗ ਕਾਰਡ ਬਣਾਉਂਦੀ ਹਾਂ। My shop also provides photography services. ਮੇਰੀ ਸ਼ੋਪ ਫੋਟੋ ਖਿਚਵਾਉਣ ਦੀ ਸਰਵਿਸ ਵੀ ਮੁਹੱਈਆ ਕਰਵਾਉਂਦੀ ਹੈ। It even helps the local people with Aadhaar registration, booking online tickets, banking and more. ਇਹ ਆਧਾਰ ਕਾਰਡ ਦੀ ਰਜਿਸਟ੍ਰੇਸ਼ਨ ਕਰਵਾਉਣੀ, ਆਨਲਾਈਨ ਟਿਕਟਾਂ ਬੁੱਕ ਕਰਨੀਆਂ, ਬੈਂਕਿੰਗ ਅਤੇ ਹੋਰ ਕਈ ਸੁਵਿਧਾਵਾਂ ਮੁਹੱਈਆ ਕਰਵਾਉਂਦੀ ਹੈ। Did you do all this on your own? Geet was impressed with Paramjeet's success. ਗੀਤ ਬਹੁਤ ਇੰਪ੍ਰੈਸ ਹੋਈ ਪਰਮਜੀਤ ਦੀ ਸਕਸੈਸ ਨੂੰ ਦੇਖ ਕੇ। ਉਹਨੇ ਪੁੱਛਿਆ ਕਿ ਤੂੰ ਸਾਰਾ ਕੁਝ ਆਪਣੇ ਆਪ ਕੀਤਾ? ਨੋਟ ਔਨ ਮਾਈ ਓਨ ਦੀਦੀ, ਮੈਂ ਆਪਣੇ ਆਪ ਨਹੀਂ ਕੀਤਾ ਦੀਦੀ। ਆਈ ਸਟਾਰਟਡ ਦਿਸ ਬਿਜ਼ਨਸ ਵਿਦ 4 more women partners. ਮੈਂ ਇਹ ਬਿਜ਼ਨਸ 4 ਹੋਰ ਵੂਮਨ ਪਾਰਟਨਰਸ ਦੇ ਨਾਲ ਸ਼ੁਰੂ ਕੀਤਾ। ਉਹ ਮੇਰੀਆਂ ਪਾਰਟਨਰ ਸਨ, ਆਲ ਟ੍ਰੇਨਡ ਐਟ ਦਾ ਸੇਮ ਏਜੰਸੀ। ਤੇ ਉਹ ਵੀ ਚਾਰੋਂ ਲੇਡੀਜ਼ ਉਸੇ ਸੇਮ ਏਜੰਸੀ ਵਿੱਚ ਉਹਨਾਂ ਨੇ ਟ੍ਰੇਨਿੰਗ ਲਈ ਸੀ। ਬਟ ਸਲੋਲੀ, ਪਰ ਹੌਲੀ ਹੌਲੀ, ਆਈ ਬੋਟ ਦਾ ਐਂਟਾਇਰ ਬਿਜ਼ਨਸ ਫਰੋਮ ਮਾਈ ਪਾਰਟਨਰਸ। ਮੈਂ ਇਹ ਸਾਰਾ ਬਿਜ਼ਨਸ ਆਪਣੇ ਪਾਰਟਨਰਸ ਤੋਂ ਖਰੀਦ ਲਿਆ ਐਂਡ ਬਿਕੇਮ ਦਾ ਸੋਲ ਓਨਰ, ਅਤੇ ਇਕੱਲੀ ਇਸ ਬਿਜ਼ਨਸ ਦੀ ਮਾਲਕ ਬਣ ਗਈ। ਟੁਡੇ ਮਾਈ ਬਿਜ਼ਨਸ ਮੇਕਸ ਅ ਬਿਗ ਪ੍ਰੋਫਿਟ ਐਵਰੀ ਮੰਥ। ਅੱਜ ਮੇਰਾ ਬਿਜ਼ਨਸ ਹਰ ਮਹੀਨੇ ਵੱਡਾ ਪ੍ਰੋਫਿਟ ਬਣਾਉਂਦਾ ਹੈ ਐਂਡ EMPLOYS ਅਦਰ ਗਰਲਸ ਇਨ ਦਿਸ ਏਰੀਆ, ਅਤੇ ਇਸ ਏਰੀਆ ਦੀਆਂ ਹੋਰ ਕੁੜੀਆਂ ਨੂੰ ਨੌਕਰੀ ਵੀ ਦਿੰਦਾ ਹੈ। Everyone here respects me as their role model. ਹਰ ਕੋਈ ਮੈਨੂੰ ਆਪਣਾ ਆਦਰਸ਼ ਬਣਾ ਕੇ ਸਤਿਕਾਰ ਦਿੰਦਾ ਹੈ। What about your children? Who takes care of them? asked Geet. ਗੀਤ ਨੇ ਪੁੱਛਿਆ, ਫਿਰ ਤੇਰੇ ਬੱਚਿਆਂ ਦਾ ਕੀ? ਉਹਨਾਂ ਦੀ ਦੇਖਭਾਲ ਕੌਣ ਕਰਦਾ ਹੈ? I have been blessed with a helpful husband and loving parents-in-law. ਮੈਨੂੰ ਪਰਮਾਤਮਾ ਨੇ ਇੱਕ ਬਹੁਤ ਅੱਛਾ ਹਸਬੈਂਡ ਦਿੱਤਾ ਤੇ ਬਹੁਤ ਹੀ ਪਿਆਰ ਕਰਨ ਵਾਲੇ ਸੱਸ ਸਹੁਰਾ ਦਿੱਤੇ। Even my mother stays with me. ਹੋਰ ਤੇ ਹੋਰ ਮੇਰੇ ਮੰਮੀ ਵੀ ਮੇਰੇ ਨਾਲ ਰਹਿੰਦੇ ਹਨ। We work together. ਅਸੀਂ ਇਕੱਠੇ ਕੰਮ ਕਰਦੇ ਹਾਂ। Cook together. ਇਕੱਠੇ ਭੋਜਨ ਬਣਾਉਂਦੇ ਹਾਂ and enjoy raising the kids together as a team. ਅਤੇ ਬੱਚਿਆਂ ਦਾ ਪਾਲਣ ਪੋਸ਼ਣ ਇਕੱਠੇ ਇੱਕ ਟੀਮ ਦੀ ਤਰ੍ਹਾਂ ਕਰਦੇ ਹਾਂ। ਪਰਮਜੀਤ ਸਪੋਕ ਵਿਦ ਕੌਨਫੀਡੈਂਸ। ਪਰਮਜੀਤ ਨੇ ਬੜੇ ਵਿਸ਼ਵਾਸ ਨਾਲ ਕਿਹਾ, ਆਈ ਐਮ ਸੋ ਪ੍ਰਾਊਡ ਆਫ ਯੂ ਮਾਈ ਡੀਅਰ ਫਰੈਂਡ। ਗੀਤ ਹੈਲਡ ਪਰਮਜੀਤਸ ਹੈਂਡ ਟਾਈਟਲੀ। ਗੀਤ ਨੇ ਪਰਮਜੀਤ ਦੇ ਹੱਥਾਂ ਨੂੰ ਘੁੱਟ ਕੇ ਫੜਿਆ ਤੇ ਉਹਨੂੰ ਕਿਹਾ ਕਿ ਮੈਨੂੰ ਤੇਰੇ ਤੇ ਬਹੁਤ ਮਾਣ ਹੈ ਮੇਰੀ ਪਿਆਰੀ ਸਹੇਲੀ। ਕੈਨ ਯੂ ਗਿਵ ਮੀ ਸਮਥਿੰਗ ਟੂ ਡੂ? ਕਿ ਤੂੰ ਮੈਨੂੰ ਵੀ ਕੋਈ ਕੰਮ ਦੇ ਸਕਦੀ ਹੈ ਕਰਨ ਨੂੰ? Didi, you must be joking. How can I ask a postgraduate like you to work for me? Paramjeet replied. ਪਰਮਜੀਤ ਨੇ ਜਵਾਬ ਦਿੱਤਾ ਕਿ ਦੀਦੀ ਤੁਸੀਂ ਜ਼ਰੂਰ ਮੇਰੇ ਨਾਲ ਮਜ਼ਾਕ ਕਰ ਰਹੇ ਹੋ। ਮੈਂ ਇੱਕ ਪੋਸਟ ਗ੍ਰੈਜੂਏਟ ਕੁੜੀ ਨੂੰ ਕਿਸ ਤਰ੍ਹਾਂ ਕੋਈ ਕੰਮ ਦੇ ਸਕਦੀ ਹਾਂ? You have earned the highest qualification through your work and set up a successful business. ਕਿ ਤੂੰ ਆਪਣਾ ਇੱਕ ਕਾਮਯਾਬ ਬਿਜ਼ਨਸ ਚਲਾ ਕੇ ਸਭ ਤੋਂ ਵੱਡੀ ਯੋਗਤਾ ਹਾਸਲ ਕੀਤੀ ਹੈ। Your journey is an inspiration for so many girls, ਗੀਤ explained. ਗੀਤ ਨੇ ਸਾਰਾ ਕੁਝ ਖੋਲ ਕੇ ਦੱਸਿਆ ਕਿ ਤੇਰੀ ਇਹ ਯਾਤਰਾ ਬਹੁਤ ਸਾਰੀਆਂ ਲੜਕੀਆਂ ਵਾਸਤੇ ਪ੍ਰੇਰਨਾ ਸਰੋਤ ਹੈ। ਦੀਦੀ, then I shall need your help to grow my business abroad. ਦੀਦੀ, ਫਿਰ ਮੈਨੂੰ ਤੁਹਾਡੀ ਲੋੜ ਹੋਵੇਗੀ ਕਿ ਮੈਂ ਆਪਣਾ ਬਿਜ਼ਨਸ ਅਬਰੋਡ ਯਾਨੀ ਵਿਦੇਸ਼ ਵਿੱਚ ਵਧਾ ਸਕਾਂ। You can tell and write stories about the small group of women working here. ਤੁਸੀਂ ਲੋਕਾਂ ਨੂੰ ਵਿਦੇਸ਼ਾਂ ਵਿੱਚ ਦੱਸ ਸਕਦੇ ਹੋ ਅਤੇ ਸਟੋਰੀਜ਼ ਲਿਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਔਰਤਾਂ ਦਾ ਛੋਟਾ ਜਿਹਾ ਗਰੁੱਪ ਇੱਥੇ ਕੰਮ ਕਰ ਰਿਹਾ ਹੈ।
You can promote the business and help me get more work from foreign customers. ਤੁਸੀਂ ਇਸ ਬਿਜ਼ਨਸ ਨੂੰ ਪ੍ਰਮੋਟ ਕਰ ਸਕਦੇ ਹੋ, ਬੜਾਵਾ ਦੇ ਸਕਦੇ ਹੋ ਤਾਂ ਕਿ ਮੈਨੂੰ ਵਿਦੇਸ਼ੀ ਗਾਹਕਾਂ ਤੋਂ ਹੋਰ ਕੰਮ ਮਿਲ ਸਕੇ। ਪਰਮਜੀਤ was excited. ਪਰਮਜੀਤ ਬੜੀ ਉਤੇਜਿਤ ਸੀ। Yes, I shall do that and more. I think I have found my nest again. Geet spoke with tears of joy in her eyes. ਗੀਤ ਦੇ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਅਤੇ ਉਸਨੇ ਕਿਹਾ, ਹਾਂ ਮੈਂ ਇਸ ਨੂੰ ਜ਼ਰੂਰ ਪ੍ਰਮੋਟ ਕਰਾਂਗੀ ਤੇ ਇਸ ਤੋਂ ਵੀ ਵੱਧ ਜੋ ਕੁਝ ਹੋ ਸਕਿਆ ਮੈਂ ਕਰਾਂਗੀ। ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣਾ ਘੋਂਸਲਾ ਫਿਰ ਤੋਂ ਮਿਲ ਗਿਆ ਹੈ। Even after so many years, the rooftop gave the same energy and hope to Geet as it did for her as a child. ਬੇਸ਼ੱਕ ਇੰਨੇ ਸਾਲ ਬਾਅਦ ਵੀ ਇਸ ਘਰ ਦੀ ਛੱਤ ਨੇ ਗੀਤ ਨੂੰ ਓਨੀ ਹੀ એનર્ਜੀ ਓਨੀ ਹੀ ਊਰਜਾ ਦਿੱਤੀ ਜਿੰਨੀ ਕਿ ਉਸ ਨੂੰ ਬਚਪਨ ਵਿੱਚ ਮਿਲਿਆ ਕਰਦੀ ਸੀ। ਸੋ ਇਹ ਸੀ ਬਹੁਤ ਹੀ ਬਿਊਟੀਫੁਲ ਸਟੋਰੀ। ਮੈਨੂੰ ਉਹਦੇ ਨਾਲ ਲੱਗਦੀ ਇੱਕ ਪੋਇਮ ਯਾਦ ਆ ਗਈ ਜਿਹੜੀ ਕਿਤੇ ਨਾ ਕਿਤੇ ਇਸ ਸਟੋਰੀ ਨੂੰ ਕਿਤੇ ਨਾ ਕਿਤੇ ਟੱਚ ਕਰਦੀ ਹੈ। ਉਹ ਹੈ ਦੋ ਕਲੀਆਂ ਗੁਲਸ਼ਨ ਕੀ, ਕਿ ਕਿਸੇ ਬਾਗ ਦੀਆਂ ਦੋ ਕਲੀਆਂ ਦੋ ਫੁੱਲ ਹਨ। दो कलियां गुलशन की एक सहरे के बीच गुंदे और मन ही मन मुस्काए, दूजी अर्थी भेंट चढ़े और मिट्टी में मिल जाए। किसको मुजरिम बोले कोई किस पे दोष लगाए। दो कलियां गुलशन की, दो बूंदें सावन की, एक सागर के बीच गिरे और मोती बन जाए, दूजी मैले जल में गिरकर अपना आप गवाए। किसको मुजरिम बोले कोई किस पे दोष लगाए। दो बूंदें सावन की, दो सखियां बचपन की, एक सिंहासन पर बैठे और रूपमती कहलाए, दूजी अपने रूप के कारण गलियों में बिक जाए। किसको मुजरिम बोले कोई किस पे दोष लगाए। दो सखियां बचपन की, दो बूंदें सावन की, दो कलियां गुलशन की। ओके जी, हुण आपां अगे करदे हां एक्टिविटी सेकेंड। अरेंज द गिवन वर्ड्स इन एन अल्फाबैटिकल ऑर्डर। नीचे कुछ वर्ड्स दिते हुए हैं, इन्हां नूं अल्फाबैटिकल ऑर्डर विच लिखना है एज दे अपीयर इन अ डिक्शनरी, जिस तरह ये किसी शब्दकोश डिक्शनरी दे विच आंदे हन। अ फ्यू वर्ड्स हैव ऑलरेडी बीन अरेंज्ड फॉर यू इन द टेबल। कुछ वर्ड्स ਤੁਹਾਡੇ ਲਈ ਇਸ ਹੇਠਾਂ ਦਿੱਤੇ ਹੋਏ ਟੇਬਲ ਦੇ ਵਿੱਚ ਸਾਰਨੀ ਦੇ ਵਿੱਚ ਲਿਖੇ ਗਏ ਹਨ। ਸੋ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਲਿਖ ਸਕਦੇ ਹਾਂ। ਫਸਟ arthritis, second charitable, third joy, fourth memories, fifth opportunity, sixth poverty, seventh promote, eighth prosper, 9 publishing, 10 qualification, 11th regret, 12th role model, 13th skills, 14th soul. Activity third, write a meaningful sentence for each of the words given below. नीचे दिते हुए हर एक word ਦਾ meaningful sentence बनाना है. The meanings and picture cues have also been given here. ਉਹਨਾਂ ਦੇ meaning ਅਤੇ ਹਿੰਟ ਦਿੰਦੀ ਹੋਈ ਪਿਕਚਰ ਉਹ ਵੀ ਨਾਲ ਦਿੱਤੀ ਗਈ ਹੈ। ਦ ਫਸਟ ਵਨ ਹੈਜ਼ ਬੀਨ ਡਨ ਫॉर ਯੂ, ਪਹਿਲਾ ਤੁਹਾਡੇ ਲਈ ਕਰ ਦਿੱਤਾ ਗਿਆ ਹੈ। ਪਹਿਲਾ ਕੀ ਹੈ? ਪੋਵਰਟੀ ਯਾਨੀ ਗਰੀਬੀ, ਇਹ ਨਾਊਨ ਹੈ। ਦ ਕੰਡੀਸ਼ਨ ਆਫ ਬੀਇੰਗ ਪੂਅਰ, ਗਰੀਬੀ ਦੀ ਹਾਲਤ ਵਿੱਚ। ਲੈਕ ਆਫ ਮਨੀ ਔਰ ਪੋਜੈਸ਼ਨਸ, ਪੈਸੇ ਦੀ ਘਾਟ ਜਾਂ ਮਲਕੀਅਤ ਦੀ ਘਾਟ। सेंटेंस की बनेगा? Her childhood was spent in poverty, but later she worked hard to become a successful business owner. उसका बचपन बहुत गरीबी विच बीतिया, पर बाद विच उसने बहुत मेहनत की अते एक कामयाब बिजनेस दी मालक बन गई। Prosper a verb है to become successful, usually by making money, कि कामयाब होना आम करके पैसे कमा के। सो दा सेंटेंस बनेगा She hopes her business will prosper. Third, regret, खेद, to be sorry for something, किसी चीज़ ਲਈ ਆਪਾਂ ਨੂੰ खेद होना। She has no regret. Fourth, skills, noun, ability that comes from training or practice, कि ਇਹੋ ਜਿਹੀ ਯੋਗਤਾ ਜੋ ਕਿ ਟ੍ਰੇਨਿੰਗ ਤੋਂ ਤੇ ਪ੍ਰੈਕਟਿਸ ਕਰਕੇ ਆਵੇ। She learnt many skills curiously, ਉਤੇਜਨਾ ਦੇ ਨਾਲ।
adverb है a manner of showing an eagerness to learn. She is learning curiously. Empty खाली adjective है containing nothing, not occupied or lived in. So ਜਿਹਦੇ ਵਿੱਚ ਕੁਝ ਵੀ ਨਾ ਹੋਵੇ. It is an empty container. Activity 4, read the lesson and answer the following questions. ਹੁਣ ਆਪਾਂ question answer ਕਰਦੇ ਹਾਂ. First ਹੈ how many years had passed before ਗੀਤ could meet ਪਰਮਜੀਤ in India? ਕਿ ਕਿੰਨੇ ਸਾਲ ਹੋ ਗਏ ਸੀ ਗੀਤ ਅਤੇ ਪਰਮਜੀਤ ਦੇ ਇੰਡੀਆ ਵਿੱਚ ਮਿਲੇ ਨੂੰ. ਸੋ how many ਪੁੱਛਿਆ ਨਾ, how many ਜਗ੍ਹਾ ਤੇ ਆਪਾਂ ਉਹਦਾ ਜਵਾਬ ਲਿਖ ਸਾਂਗੇ. ਬਾਕੀ ਸਾਰਾ ਸੇਮ. 25 years had passed before Geet could meet Paramjeet in India. Second, what was different about Paramjeet that Geet noticed this time? ਕਿ ਗੀਤ ਨੇ ਪਰਮਜੀਤ ਦੇ ਵਿੱਚ ਕਿਹੜੀ ਗੱਲ ਨੋਟਿਸ ਕੀਤੀ ਜਿਹੜੀ ਉਹਨੂੰ ਲੱਗੀ ਕਿ ਅਲੱਗ ਹੈ, ਕਿ ਪਹਿਲਾਂ ਉਹਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਸੀ. Geet had noticed Paramjeet's good clothes, her costly mobile phone and her polished way of talking. Which new skills did Paramjeet learn at the charitable agency? ਉਸ charitable agency ਵਿੱਚ ਪਰਮਜੀਤ ਨੇ ਕਿਹੜੀਆਂ ਨਵੀਆਂ skills ਸਿੱਖੀਆਂ? The agency trained her in computer, internet skills and money skills. Fourth, what help did Paramjeet seek from Geet at the end of the story? ਕਿ ਸਟੋਰੀ ਦੇ ਅਖੀਰ ਵਿੱਚ ਪਰਮਜੀਤ ਗੀਤ ਕੋਲੋਂ ਕਿਹੜੀ ਹੈਲਪ ਚਾਹੁੰਦੀ ਹੈ? Paramjeet wanted Geet to promote the business and help her to get more work from foreign customers. Fifth, who was able to smash the glass ceiling in the story? Paramjeet was able to smash the glass ceiling in the story by running a successful business. Activity 5. Fill in the blanks, select suitable words from the story. Geet had gone dash after marriage abroad. Paramjeet's mother, a dash, had been a trusted house help at Geet's house, a widow. They also got me to attend evening classes run by a charitable agency. The agency trained Paramjeet in computer and internet skills. You have earned the highest qualification through your work and set up a successful business. Activity 6. Who said these words to whom? The first one has been done for you. ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਪਹਿਲਾ ਤੁਹਾਡੇ ਲਈ ਕੀਤਾ ਗਿਆ ਹੈ. ਦੀਦੀ you still look the same. ਪਰਮਜੀਤ ਨੇ ਕਹੇ ਸੀ ਗੀਤ ਨੂੰ. Second, can you give me something to do? Geet said to Paramjeet, I think I have found my nest again. Geet said to Paramjeet, you have earned the highest qualification through your work and set up a successful business. Geet said to Paramjeet. Learning language, prepositions. ਆਓ ਆਪਾਂ ਦੇਖੀਏ ਕਿ ਇਹਨਾਂ ਵਿੱਚ prepositions ਕਿਹੜੀਆਂ-ਕਿਹੜੀਆਂ ਸਾਨੂੰ ਸਿਖਾਈਆਂ ਗਈਆਂ ਹਨ. My birthday is in May. ਕਿ ਜਦੋਂ ਆਪਾਂ ਕਹਿਣਾ ਹੋਵੇ ਕਿ ਮਈ ਦੇ ਵਿੱਚ ਤੇ ਆਪਾਂ ਕੀ ਵਰਤਦੇ ਹਾਂ? In May. You can find your hat on the shelf. ਕਿ ਤੁਸੀਂ ਆਪਣੀ ਹੈਟ ਸ਼ੈਲਫ ਦੇ ਉੱਤੇ ਲੱਭ ਸਕਦੇ. ਪੰਛੀ ਦਰਖਤ ਦੇ ਉੱਪਰੋਂ ਦੀ ਉੱਡਿਆ. ਓਵਰ ਦ ਟਰੀ, ਠੀਕ ਹੈ, ਉੱਪਰੋਂ ਦੀ. ਸੋ ਇਹ ਕੀ ਨੇ? ਪ੍ਰੈਪੋਜੀਸ਼ਨ ਜੋ ਕਿ ਇੱਕ ਨਾਊਨ ਦਾ ਦੂਜੇ ਨਾਊਨ ਦੇ ਨਾਲ ਸੰਬੰਧ ਸਥਾਪਿਤ ਕਰਦੀਆਂ ਹਨ ਕਿ ਉਸ ਦਾ ਇਹਦੇ ਨਾਲ ਕੀ ਸੰਬੰਧ ਹੈ. ਮੇ ਇੱਕ ਨਾਊਨ ਹੈ, ਠੀਕ ਹੈ, ਮਹੀਨਾ ਹੈ ਇੱਕ. ਉਹਦਾ ਬਰਥਡੇ ਨਾਲ ਕੀ ਸੰਬੰਧ ਹੈ? ਮੇ ਦੇ ਵਿੱਚ ਬਰਥਡੇ, ਹੈ ਨਾ. ਹੁਣ ਸ਼ੈਲਫ ਇੱਕ ਨਾਊਨ ਹੈ, ਹੈਟ ਇੱਕ ਨਾਊਨ ਹੈ. ਦੋਨਾਂ ਦਾ ਆਪਸ ਵਿੱਚ ਕੀ ਸੰਬੰਧ ਹੈ ਕਿ ਔਨ. ਹੈਟ ਕਿਹਦੇ ਉੱਤੇ ਹੈ? ਸ਼ੈਲਫ ਦੇ. ਬਰਡ ਇੱਕ ਨਾਊਨ ਹੈ, ਟਰੀ ਇੱਕ ਨਾਊਨ ਹੈ. ਹੁਣ ਬਰਡ ਟਰੀ ਦੇ ਉੱਪਰੋਂ ਦੀ, ਓਵਰ ਦ ਟਰੀ. ਸੋ ਬਰਡ ਅਤੇ ਟਰੀ ਦੀ ਗੱਲ ਨੂੰ ਜੋੜਨ ਲਈ ਕੀ ਵਿੱਚ ਪ੍ਰੈਪੋਜੀਸ਼ਨ ਵਰਤੇਗੀ? ਓਵਰ. ਸੋ ਇਸ ਤਰ੍ਹਾਂ ਕਈ ਸਾਰੀਆਂ ਪ੍ਰੈਪੋਜੀਸ਼ਨਸ ਹਨ ਜਿਹੜੀਆਂ ਅਸੀਂ ਇਹਦੇ 'ਚ ਸਮਝਾਂਗੇ. ਰੀਡ ਦ ਅਬਵ ਲਾਈਨਸ ਕੇਅਰਫੁਲੀ. ਉੱਪਰਲੀਆਂ ਲਾਈਨਾਂ ਨੂੰ ਧਿਆਨ ਨਾਲ ਪੜ੍ਹੋ. ਲੁੱਕ ਐਟ ਦ ਵਰਡਸ ਇਨ ਬੋਲਡ. ਜਿਹੜੇ ਅੱਖਰ ਮੋਟੇ ਕੀਤੇ ਹੋਏ ਹਨ ਉਹਨਾਂ ਨੂੰ ਵੀ ਧਿਆਨ ਨਾਲ ਦੇਖੋ. ਥੀਸ ਵਰਡਸ ਸ਼ੋ ਵੇਅਰ ਸਮਥਿੰਗ ਇਜ਼, ਲਾਈਕ ਔਨ ਦ ਸ਼ੈਲਫ, ਓਵਰ ਦ ਟਰੀ, ਔਰ ਵੈਨ ਸਮਥਿੰਗ ਹੈਪਨਸ ਲਾਈਕ ਇਨ ਮੇ. ਕਿ ਇਹਨਾਂ ਵਿੱਚ ਕੀ ਕਿਹਾ ਗਿਆ ਹੈ ਕਿ ਔਨ ਦ ਸ਼ੈਲਫ, ਓਵਰ ਦ ਟਰੀ, ਤੇ ਜਿਵੇਂ ਕੋਈ ਚੀਜ਼ ਕਦੋਂ ਵਾਪਰਦੀ ਹੈ, ਜਿਵੇਂ ਇਨ ਮੇ. ਡੂ ਯੂ ਨੋ what these words are called?
ਕੀ ਤੁਹਾਨੂੰ ਪਤਾ ਹੈ ਇਹਨਾਂ ਨੂੰ ਕੀ ਕਹਿੰਦੇ ਹਨ? These words are called prepositions. ਇਹਨਾਂ ਨੂੰ prepositions ਕਹਿੰਦੇ ਹਨ. Prepositions are words that tell us where a noun or a pronoun stands in relation to another. ਕਿ ਇੱਕ noun ਅਤੇ pronoun ਦੂਜੇ ਦੇ ਨਾਲ ਕਿਸ ਤਰ੍ਹਾਂ ਸੰਬੰਧ ਰੱਖਦਾ ਹੈ. Prepositions are often placed before a noun or a pronoun to show their relation to place, time or direction. ਪ੍ਰੈਪੋਜੀਸ਼ਨ ਕਿਸੇ ਨਾਊਨ ਜਾਂ ਪ੍ਰੋਨਾਊਨ ਤੋਂ ਪਹਿਲਾਂ ਆਉਂਦੀ ਹੈ ਤਾਂ ਕਿ ਇਹ ਰਿਲੇਸ਼ਨ ਸਥਾਪਿਤ ਕਰ ਸਕੇ ਕਿਸੇ ਜਗ੍ਹਾ ਦੇ ਨਾਲ, ਸਮੇਂ ਦੇ ਨਾਲ ਜਾਂ ਕਿਸੇ ਡਾਇਰੈਕਸ਼ਨ, ਦਿਸ਼ਾ ਦੇ ਨਾਲ. Here are some more detailed examples. ਨੀਚੇ ਕੁਝ ਹੋਰ ਐਗਜ਼ਾਮਪਲਸ ਖੁੱਲ੍ਹ ਕੇ ਦਿਖਾਈਆਂ ਗਈਆਂ ਹਨ. ਪ੍ਰੈਪੋਜੀਸ਼ਨਸ ਆਫ ਪਲੇਸ. ਹੁਣ ਕਿਸੇ ਪਲੇਸ ਦੀਆਂ ਪ੍ਰੈਪੋਜੀਸ਼ਨਸ ਕੀ ਹੋਣਗੀਆਂ ਜਦੋਂ ਆਪਾਂ ਕਿਸੇ ਜਗ੍ਹਾ ਬਾਰੇ ਦੱਸਣਾ ਹੋਵੇ. ਹੁਣ ਇੱਕ ਬੋਲ ਹੈ ਅਤੇ ਇੱਕ ਬਾਕਸ ਹੈ, ਠੀਕ ਹੈ. ਸਭ ਤੋਂ ਪਹਿਲਾਂ ਬੋਲ ਕੀ ਹੈ? ਔਨ ਦ ਬਾਕਸ. ਸੈਕਿੰਡ ਵਿੱਚ ਅਬਵ ਦ ਬਾਕਸ. ਥਰਡ ਇਨ ਫਰੰਟ ਆਫ, ਯਾਨੀ ਦੇ ਸਾਹਮਣੇ. ਇਨ ਫਰੰਟ ਆਫ ਦ ਬਾਕਸ. ਓਵਰ ਦ ਬਾਕਸ, ਠੀਕ ਹੈ, ਬਾਕਸ ਦੇ ਉੱਪਰੋਂ ਦੀ ਲੰਘਦੀ ਹੋਈ ਜਾ ਰਹੀ, ਠੀਕ ਹੈ. ਬਿਸਾਈਡ ਯਾਨੀ ਉਹਦੇ ਨਾਲ, ਬਿਸਾਈਡ ਦ ਬਾਕਸ. ਬਿਲੋ ਯਾਨੀ ਉਹਦੇ ਨੀਚੇ, ਬਿਹਾਈਂਡ ਉਹਦੇ ਪਿੱਛੇ, ਅੰਡਰ ਉਹਦੇ ਹੇਠਾਂ ਉਹ ਪਿਆ ਹੈ. ਪ੍ਰੈਪੋਜੀਸ਼ਨ ਆਫ ਪਲੇਸ ਡਿਸਕ੍ਰਾਈਬ ਦ ਪੋਜੀਸ਼ਨ ਆਫ ਅ ਪਰਸਨ ਔਰ ਥਿੰਗ ਇਨ ਰਿਲੇਸ਼ਨ ਟੂ ਅਨਦਰ ਪਰਸਨ ਔਰ ਥਿੰਗ. ਸੋ ਇਹ ਆਪਾਂ ਕਰ ਲਿਆ ਹੋਇਆ ਕਿ ਇਹ ਪੋਜੀਸ਼ਨ ਦੱਸਦੀ ਹੈ ਕਿ ਉਸਦੀ ਪੋਜੀਸ਼ਨ ਕੀ ਹੈ. ਨੈਕਸਟ ਹੈ ਪ੍ਰੈਪੋਜੀਸ਼ਨਸ ਆਫ ਟਾਈਮ. ਇਹ ਪ੍ਰੈਪੋਜੀਸ਼ਨ ਸਮੇਂ ਬਾਰੇ ਹੁੰਦੀਆਂ ਹਨ. ਜਿਸ ਤਰ੍ਹਾਂ here is a list of the time words that need on, in, at and some that do not need any prepositions at all. Be careful. Many students of English use on with the months. It should be in or put a preposition before next when we do not need one. So ਇਹ ਕੁਝ prepositions ਹਨ on, in, at, ਠੀਕ ਹੈ. ਤੇ ਕਈ ਜਗ੍ਹਾ ਤੇ ਇਹਨਾਂ ਦੀ ਬਿਲਕੁਲ ਲੋੜ ਵੀ ਨਹੀਂ ਹੁੰਦੀ. ਸੋ ਸਾਵਧਾਨ ਰਹੋ. ਕਈ ਬੱਚੇ ਜਿੱਥੇ ਇਨ ਲੱਗਣਾ ਹੁੰਦਾ ਉੱਥੇ ਔਨ ਲਾ ਦਿੰਦੇ ਹਨ, ਜਿਸ ਤਰ੍ਹਾਂ ਮੰਥਸ ਦੇ ਨਾਲ. ਓਕੇ, ਮੰਥਸ ਦੇ ਨਾਲ ਕੀ ਕਰਦੇ ਹਨ? ਔਨ ਜਨਵਰੀ, ਔਨ ਮੇ, ਜਦੋਂ ਕਿ ਇਨ ਲੱਗਣਾ ਹੈ. ਤੇ ਕਈ ਜਗ੍ਹਾ 'ਤੇ ਕਿਸੇ ਦੀ ਲੋੜ ਵੀ ਨਹੀਂ ਹੁੰਦੀ, ਉੱਥੇ ਵੀ ਪ੍ਰੈਪੋਜੀਸ਼ਨ ਲਗਾ ਦਿੰਦੇ ਹਨ. ਸੋ ਆਪਾਂ ਇਹਨੂੰ ਧਿਆਨ ਨਾਲ ਦੇਖਦੇ ਹਾਂ. ਐਟ ਕਿੱਥੇ ਲੱਗਦਾ? ਟਾਈਮਸ. ਐਟ 8 PM, ਐਟ ਮਿਡਨਾਈਟ, ਐਟ 6:30. ਸੋ ਫੈਸਟੀਵਲਸ 'ਤੇ ਵੀ ਲਾ ਸਕਦੇ ਹਾਂ. ਐਟ ਕ੍ਰਿਸਮਸ, ਐਟ ਬੈਸਾਖੀ, ਐਟ ਹੋਲੀ. At night, at the weekend, at lunch time, at dinner time, at breakfast time. On किधर लग गया? On Monday, on my birthday, on Christmas Day, on Tuesday morning, on Sunday evening. Dates नाल भी लगदा. On the 20th of June. In किधर नाल लगेगा? In 1992, in 2006, in December, in June, in the 60s, in the 1790s, in the 19th century, in winter, in summer, in the morning, in the afternoon, in the evening. ਹੁਣ ਇਹਨਾਂ ਦੇ ਨਾਲ ਕੋਈ ਪੋਜੀਸ਼ਨ ਲਾਉਣ ਦੀ ਲੋੜ ਨਹੀਂ. ਨੋ ਪ੍ਰੈਪੋਜੀਸ਼ਨ. ਨੈਕਸਟ ਵੀਕ, ਠੀਕ ਹੈ. ਇਨ ਨੈਕਸਟ ਵੀਕ ਕਹਿਣ ਦੀ ਲੋੜ ਨਹੀਂ. ਨੈਕਸਟ ਈਅਰ, ਮੰਥ, ਲਾਸਟ ਨਾਈਟ, ਲਾਸਟ ਈਅਰ, ਦਿਸ ਮੋਰਨਿੰਗ, ਦਿਸ ਮੰਥ, every day, every night, every year, today, tomorrow, yesterday. Okay, so prepositions of direction. So अगली preposition है direction, यानी दिशा दिखाने वाली. So first is की है कि बोल किधे विच है? विचकार, between two bars. Okay, next which in. Third out. Fourth inside, यानी ਉਹਦੇ ਵਿੱਚ ਬੰਦ ਹੈ. Fifth outside means उस बंद कमरे तो बाहर. Sixth up है. Seventh down. Eighth around. Ninth into यानी ਜਦੋਂ ਉਹਦੇ ਵਿੱਚ ਪੈ ਰਹੀ ਹੈ. 10th through यानी ਉਹਦੇ ਵਿੱਚੋਂ ਦੀ ਹੁੰਦੀ ਹੋਈ ਅੱਗੇ ਗਈ. Activity 7 fill in the blanks with appropriate prepositions. Also identify the type of prepositions. Time, place, direction. One has been done for you. So ਆਪਾਂ ਹੁਣ ਪ੍ਰੈਪੋਜੀਸ਼ਨ ਬਾਰੇ ਸਿੱਖ ਲਿਆ. ਹੁਣ ਆਪਾਂ ਇਹ ਐਕਸਰਸਾਈਜ਼ ਕਰਦੇ ਹਾਂ ਜਿਹਦੇ ਵਿੱਚ ਅਸੀਂ ਐਪਰੋਪਰੀਏਟ ਪ੍ਰੈਪੋਜੀਸ਼ਨ ਭਰਨੀ ਹੈ, ਭਾਵ ਢੁਕਵੀਂ, ਭਾਵ ਸਹੀ ਪ੍ਰੈਪੋਜੀਸ਼ਨ ਆਪਾਂ ਇੱਥੇ ਲਿਖਣੀ ਹੈ. ਪਹਿਲੀ ਤੁਹਾਡੇ ਵਾਸਤੇ ਕਰ ਦਿੱਤੀ ਗਈ ਹੈ. ਦ ਡੋਗ ਜੰਪਡ ਓਵਰ ਦ ਫੈਂਸ. ਕਿ ਕੁੱਤੇ ਨੇ ਵਾੜ ਦੇ ਉੱਪਰੋਂ ਦੀ ਜੰਪ ਮਾਰਿਆ. ਸੈਕਿੰਡ,
Meena was seen playing dash the street. In the street, the airplane flew over the mountains. The earth revolves around the sun. She went into the classroom when I saw her. I will meet her at 9 o'clock. The function was held last Monday. So at no preposition. She was sitting dash her father and mother. Between her father and mother. It is extremely hot in the month of June. It is usually very cold at night in deserts. Learning to speak activity 8 role play. ਸੋ ਇਹਦੇ ਵਿੱਚ ਆਪਾਂ ਸਪੀਕਿੰਗ ਦਾ ਦੇਖਾਂਗੇ ਰੋਲ ਪਲੇ ਮੈਥਡ ਦੇ ਨਾਲ ਮੀਨਸ ਆਪਾਂ ਕਿਸੇ ਦਾ ਰੋਲ ਅਦਾ ਕਰਨਾ ਹੈ ਰੀਡ ਦ ਕਨਵਰਸੇਸ਼ਨ ਦੈਟ ਟੁਕ ਪਲੇਸ ਬਿਟਵੀਨ ਪਰਮਜੀਤ ਐਂਡ ਗੀਤ ਪਰਮਜੀਤ ਅਤੇ ਗੀਤ ਦੇ ਵਿਚਕਾਰ ਜੋ ਗੱਲਬਾਤ ਹੋਈ ਉਸ ਨੂੰ ਪੜ੍ਹੋ ਇਮੈਜਿਨ ਯੂ ਹੈਵ ਆਲਸੋ ਮੈਟ ਯੂਰ ਫਰੈਂਡ ਆਫਟਰ ਮੈਨੀ ਈਅਰਸ ਅਤੇ ਸੋਚੋ ਕਲਪਨਾ ਕਰੋ ਤੁਸੀਂ ਵੀ ਆਪਣੇ ਕਿਸੇ ਦੋਸਤ ਨੂੰ ਬਹੁਤ ਸਾਲਾਂ ਬਾਅਦ ਮਿਲੇ ਹੋ ਰੀਡ ਐਂਡ ਪ੍ਰੈਕਟਾਈਜ਼ ਦਿਸ ਕਨਵਰਸੇਸ਼ਨ ਵਿਦ ਯੂਰ ਪਾਰਟਨਰ ਵਿਦ ਦ ਹੈਲਪ ਆਫ ਦ ਲਾਈਨਸ ਗਿਵਨ ਬਿਲੋ ਹੁਣ ਆਪਣੇ ਪਾਰਟਨਰ ਦੇ ਨਾਲ ਇਹ ਵਾਲੀਆਂ ਲਾਈਨਾਂ ਪੜ੍ਹੋ ਅਤੇ ਇਸ ਗੱਲਬਾਤ ਦੀ ਪ੍ਰੈਕਟਿਸ ਕਰੋ ਸੋ ਇਹ ਕੁਝ ਲਾਈਨਾਂ ਦਿੱਤੀਆਂ ਹੋਈਆਂ ਹਨ ਤੁਸੀਂ ਇਹਨੂੰ ਪੜ੍ਹ ਸਕਦੇ ਹੋ ਸੋ ਇੱਕ ਪਰਮਜੀਤ ਬਣ ਜਾਵੇ ਇੱਕ ਗੀਤ ਬਣ ਜਾਵੇ ਸੋ ਇਸੇ ਤਰ੍ਹਾਂ ਤੁਸੀਂ ਇਹਨੂੰ ਕਰ ਸਕਦੇ ਹੋ ਮੈਂ ਵੈਸੇ ਇੱਕ ਵਾਰ ਬੋਲ ਦਿੰਦਾ ਹਾਂ ਹੈਲੋ ਦੀਦੀ ਵੀ ਆਰ ਮੀਟਿੰਗ ਆਫਟਰ ਸੱਚ ਅ ਲੌਂਗ ਟਾਈਮ ਯੈਸ ਯੂ ਆਰ ਰਾਈਟ 25 years have passed oh my god but you still look the same oh really thank you I'm also happy to see you you have become more confident and smarter than before thank you didi how have you been I am a homemaker now raising my family. All right, Didi, but your dream was to work in a company, right? Yes, but I was not allowed to work after marriage. You have made a great progress. Yes, Didi, I was lucky to get some good opportunities. You are an inspiration to so many girls. Thank you so much, Didi. ਸੋ ਇਸ ਤਰ੍ਹਾਂ ਤੁਸੀਂ ਆਪਣੇ ਆਪਣੇ ਡਾਇਲੌਗ ਦੀ ਪ੍ਰੈਕਟਿਸ ਕਰ ਸਕਦੇ ਹੋ ਤੇ ਇੱਕ ਛੋਟੀ ਜਿਹੀ ਪ੍ਰੈਜੈਂਟੇਸ਼ਨ ਆਪਣੀ ਅਸੈਂਬਲੀ ਵਿੱਚ ਦੇ ਸਕਦੇ ਹੋ ਲਰਨਿੰਗ ਟੂ ਰਾਈਟ ਲੈਟਰ ਰਾਈਟਿੰਗ ਇਨਫੋਰਮਲ ਠੀਕ ਇਨਫੋਰਮਲ ਹੁੰਦਾ ਜਿਹਦੇ ਵਿੱਚ ਅਸੀਂ ਫਾਰਮੈਲਿਟੀ ਸੇਕ ਕੁਝ ਵੀ ਨਹੀਂ ਲਿਖਦੇ ਮੀਨਸ ਆਪਾਂ ਜਿਹਦੇ ਵਿੱਚ ਖੁੱਲ੍ਹ ਕੇ ਗੱਲ ਕਰਦੇ ਹਾਂ ਹੋ ਤੁਹਾਡਾ ਕੀ ਹਾਲ ਚਾਲ ਮੈਂ ਵੀ ਠੀਕ ਤੁਸੀਂ ਕਦੋਂ ਆਓਗੇ ਮੈਂ ਬਹੁਤ ਯਾਦ ਕਰਦਾ ਠੀਕ ਹੈ ਸੋ ਇਹਦੇ ਵਿੱਚ ਕੋਈ ਪੈਟਰਨ ਨਹੀਂ ਹੁੰਦਾ ਜੋ ਤੁਹਾਡੇ ਅੰਦਰਲੇ ਹਾਵ ਭਾਵ ਹੁੰਦੇ ਨੇ ਤੁਸੀਂ ਇਨਫੋਰਮਲੀ ਉਹਨੂੰ ਲਿਖ ਦਿੰਦੇ ਹੋ ਸੋ ਆਪਾਂ ਇੱਥੇ ਵੀ ਪੜ੍ਹ ਲੈਂਦੇ ਕੀ ਕਹਿੰਦਾ ਕਿ ਵਾਟ ਇਜ਼ ਐਨ ਇਨਫੋਰਮਲ ਲੈਟਰ ਕਿ ਇਨਫੋਰਮਲ ਲੈਟਰ ਕੀ ਹੁੰਦਾ ਐਨ ਇਨਫੋਰਮਲ ਲੈਟਰ ਇਜ਼ ਅ ਪਰਸਨਲ ਲੈਟਰ ਇੱਕ ਨਿੱਜੀ ਚਿੱਠੀ ਹੁੰਦੀ ਹੈ ਦੈਟ ਕੈਨ ਬੀ ਰਿਟਨ ਟੂ ਅ ਫੈਮਿਲੀ ਮੈਂਬਰ ਔਰ ਅ ਕਲੋਜ਼ ਫਰੈਂਡ ਹੈ ਨਾ ਯੂ ਕੈਨ ਰਾਈਟ ਟੂ ਲੈਟ them know more about something in your life and to convey your love and regards ਕਿ ਤੁਸੀਂ ਉਹਨਾਂ ਨੂੰ ਲਾਈਫ ਵਿੱਚ ਵਾਪਰਨ ਵਾਲੀਆਂ ਕੋਈ ਵੀ ਚੀਜ਼ਾਂ ਬਾਰੇ ਦੱਸਦੇ ਹੋ ਤੇ ਆਪਣਾ ਪਿਆਰ ਅਤੇ ਸਤਿਕਾਰ ਉਹਨਾਂ ਤੱਕ ਪਹੁੰਚਾਉਂਦੇ ਹੋ The language used in an informal letter is casual ਤੇ ਇਸ ਵਿੱਚ ਜਿਹੜੀ ਲੈਂਗੁਏਜ ਵਰਤੀ ਜਾਂਦੀ ਹੈ ਉਹ ਬੜੀ ਕੈਜੂਅਲ ਹੁੰਦੀ ਹੈ ਜੋ ਦਿਮਾਗ ਵਿੱਚ ਆਉਂਦਾ ਉਹ ਅਸੀਂ ਲਿਖ ਦਿੰਦੇ ਹਾਂ ਹਾਊ ਕੈਨ ਵੀ ਰਾਈਟ ਐਨ ਇਨਫੋਰਮਲ ਲੈਟਰ ਅਸੀਂ ਕੋਈ ਇਨਫੋਰਮਲ ਲੈਟਰ ਕਿਸ ਤਰ੍ਹਾਂ ਲਿਖ ਸਕਦੇ ਹਾਂ ਹੇਅਰ ਇਜ਼ ਐਨ ਐਗਜ਼ਾਮਪਲ ਆਫ ਐਨ ਇਨਫੋਰਮਲ ਲੈਟਰ ਟੂ ਅ ਫਰੈਂਡ ਇਨਵਾਈਟਿੰਗ ਹਰ ਟੂ ਦ ਬੁੱਕ ਫੇਅਰ ਇੱਕ ਐਗਜ਼ਾਮਪਲ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਫਰੈਂਡ ਨੂੰ ਇੱਕ ਬੁੱਕ ਫੇਅਰ ਲਈ ਬੁਲਾਉਣਾ ਹੈ ਯੂਰ ਫਰੈਂਡ ਮਨਪ੍ਰੀਤ ਕੌਰ ਇਜ਼ ਫੌਂਡ ਆਫ ਰੀਡਿੰਗ ਗੁੱਡ ਬੁੱਕਸ ਤੁਹਾਡੀ ਸਹੇਲੀ ਮਨਪ੍ਰੀਤ ਕੌਰ ਜਿਸ ਨੂੰ ਬਹੁਤ ਸ਼ੌਂਕ ਹੈ ਅੱਛੀਆਂ ਕਿਤਾਬਾਂ ਪੜ੍ਹਨ ਦਾ ਰਾਈਟ ਅ ਲੈਟਰ ਟੂ ਹਰ ਉਹਨੂੰ ਇੱਕ ਚਿੱਠੀ ਲਿਖੋ ਇਨਵਾਈਟਿੰਗ ਹਰ ਜਿਹਦੇ 'ਚ ਉਸਨੂੰ ਬੁਲਾਓ to visit the book fair which is going to be held in your city in December ਕਿ ਉਹ ਇੱਕ ਬੁੱਕ ਫੇਅਰ ਵਿੱਚ ਪਾਰਟਿਸਿਪੇਟ ਕਰੇ ਇੱਕ ਕਿਤਾਬ ਮੇਲੇ ਦੇ ਵਿੱਚ ਪਾਰਟਿਸਿਪੇਟ ਕਰੇ ਜੋ ਕਿ ਤੁਹਾਡੇ ਸ਼ਹਿਰ ਵਿੱਚ ਦਸੰਬਰ ਵਿੱਚ ਹੋਣ ਜਾ ਰਿਹਾ ਹੈ You are Hardeep Singh, living at 1809 ਸੈਕਟਰ 37D ਚੰਡੀਗੜ੍ਹ ਤੁਸੀਂ ਹਰਦੀਪ ਸਿੰਘ ਹੋ 1809 ਸੈਕਟਰ 37D ਵਿੱਚ ਰਹਿੰਦੇ ਹੋ ਚੰਡੀਗੜ੍ਹ ਵਿੱਚ ਸੋ ਫੋਰਮੈਟ ਕੀ ਹੋਏਗਾ ਐਡਰੈਸ ਆਫ ਦਾ ਰਾਈਟਰ ਆਪਾਂ ਪਹਿਲਾਂ ਲਿਖਾਂਗੇ ਠੀਕ ਹੈ ਜਦੋਂ ਵੀ ਆਪਾਂ ਕਿਸੇ ਨੂੰ ਫੋਨ ਕਰਦੇ ਹਾਂ ਤਾਂ ਆਪਾਂ ਦੱਸਦੇ ਹਾਂ ਨਾ ਕਿ ਮੈਂ ਕੌਣ ਬੋਲ ਰਿਹਾ ਸੋ ਇਹਦੇ ਵਿੱਚ ਵੀ ਪਹਿਲਾਂ ਦੱਸਣਾ ਕਿ ਮੈਂ ਕੌਣ ਹਾਂ ਕਿੱਥੇ ਰਹਿੰਦਾ ਹਾਂ ਜਿਹੜਾ ਲੈਟਰ ਲਿਖ ਰਿਹਾ ਆਪਣਾ ਐਡਰੈਸ ਲਿਖੋ ਸੋ ਇਹ ਐਡਰੈਸ ਤੁਸੀਂ ਲਿਖ ਸਕਦੇ ਹੋ 1809 ਕਿਉਂਕਿ ਇਹ ਦਿੱਤਾ ਹੋਇਆ ਅਤੇ ਇਹੀ ਲਿਖਣਾ ਪੈਣਾ 1809 ਸੈਕਟਰ 37D ਚੰਡੀਗੜ੍ਹ ਸੋ ਕੋਮਾ ਨਹੀਂ ਪਾਉਣਾ ਇਹਦੇ ਵਿੱਚ ਠੀਕ ਅਤੇ ਲੈਫਟ ਤੋਂ ਸ਼ੁਰੂ ਕਰਨਾ ਨੈਕਸਟ ਹੈ ਡੇਟ ਨਵੰਬਰ 10 2023 ਡੇਟ ਕੋਸ਼ਿਸ਼ ਕਰਿਓ ਇਹੀ ਪਾਇਓ ਕਿਉਂਕਿ ਜਿਹੜਾ ਬੁੱਕ ਫੇਅਰ ਹੈ ਉਹ ਦਸੰਬਰ ਵਿੱਚ ਹੈ ਇਹ ਨਾ ਹੋਵੇ ਕਿ ਫਾਈਨਲ ਦੇ ਵਿੱਚ ਆਵੇ ਅਤੇ ਤੁਸੀਂ ਡੇਟ ਜਿਹੜੀ ਹੈ ਮਾਰਚ ਦੀ ਪਾ ਦਿਓ ਅਤੇ ਬੁਲਾ ਰਹੇ ਹੋਵੋ ਦਸੰਬਰ ਦੇ ਬੁੱਕ ਫੇਅਰ ਵਿੱਚ ਸੋ ਇਹ ਬੜਾ ਅਨਫੇਅਰ ਜਿਹਾ ਹੋ ਜਾਏਗਾ
ਚਲੋ ਸਟਾਰਟ ਕਰਦੇ ਹਾਂ। I am writing to inform you about a 5-day book fair being held in a city in the 3rd week of December। ਮੈਂ ਤੁਹਾਨੂੰ ਮੇਰੀ ਸਿਟੀ ਦੇ ਵਿੱਚ ਜੋ ਇੱਕ ਬੁੱਕ ਫੇਅਰ ਲੱਗ ਰਿਹਾ ਹੈ ਦਸੰਬਰ ਦੇ ਤੀਜੇ ਹਫਤੇ, ਜੋ ਕਿ 5 ਦਿਨਾਂ ਦਾ ਹੈ, ਉਸ ਵਾਸਤੇ ਤੁਹਾਨੂੰ ਇਨਵਾਈਟ ਕਰਨ ਲਈ ਚਿੱਠੀ ਲਿਖ ਰਿਹਾ ਹਾਂ। I know, ਮੈਂ ਜਾਣਦਾ ਹਾਂ that you are fond of reading, ਕਿ ਤੁਹਾਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ, and you look for opportunities to buy good books, ਅਤੇ ਹਮੇਸ਼ਾ ਤੁਸੀਂ ਮੌਕਿਆਂ ਦੀ ਭਾਲ ਵਿੱਚ ਰਹਿੰਦੇ ਹੋ ਕਿ ਚੰਗੀਆਂ ਕਿਤਾਬਾਂ ਖਰੀਦੀਆਂ ਜਾਣ। In this book fair, ਇਸ ਕਿਤਾਬ ਦੇ ਮੇਲੇ ਵਿੱਚ all the renowned publishers from the country and from abroad will participate। ਬਹੁਤ ਸਾਰੇ ਮਸ਼ਹੂਰ ਪ੍ਰਕਾਸ਼ਕ ਸਾਡੇ ਦੇਸ਼ ਤੋਂ ਅਤੇ ਵਿਦੇਸ਼ਾਂ ਤੋਂ ਇਹਦੇ ਵਿੱਚ ਪਾਰਟਿਸਿਪੇਟ ਕਰਨਗੇ। Therefore you will be able to find some good books of your choice। ਇਸ ਕਰਕੇ ਤੁਹਾਨੂੰ ਆਪਣੀ ਪਸੰਦ ਦੀਆਂ ਕੁਝ ਕਿਤਾਬਾਂ ਜ਼ਰੂਰ ਹੀ ਮਿਲ ਜਾਣਗੀਆਂ। I am therefore inviting you to come to Chandigarh and visit the book fair। ਮੈਂ ਇਸ ਕਰਕੇ ਤੁਹਾਨੂੰ ਇਨਵਾਈਟ ਕਰ ਰਿਹਾ ਕਿ ਤੁਸੀਂ ਚੰਡੀਗੜ੍ਹ ਆਓ ਅਤੇ ਬੁੱਕ ਫੇਅਰ ਨੂੰ ਵਿਜ਼ਿਟ ਕਰੋ। Do let me know your date and time of arrival। ਮੈਨੂੰ ਆਪਣੇ ਆਉਣ ਦੀ ਤਰੀਕ ਅਤੇ ਟਾਈਮ ਜ਼ਰੂਰ ਦੱਸ ਦੇਣਾ so I can receive you, ਤਾਂ ਕਿ ਮੈਂ ਤੁਹਾਨੂੰ ਰਿਸੀਵ ਕਰ ਸਕਾਂ। It would also be a good opportunity to meet some old friends। ਇਹ ਵੀ ਇੱਕ ਚੰਗੀ ਓਪਰਚੁਨਿਟੀ ਹੋਏਗੀ ਪੁਰਾਣੇ ਦੋਸਤਾਂ ਨੂੰ ਮਿਲਣ ਦੀ। I am eagerly waiting for your reply। ਮੈਂ ਉਤਸੁਕਤਾ ਦੇ ਨਾਲ ਤੁਹਾਡੇ ਜਵਾਬ ਦੀ ਉਡੀਕ ਕਰ ਰਿਹਾ ਹਾਂ। Yours sincerely, ਹਰਦੀਪ ਸਿੰਘ। ਸੋ ਇੱਥੇ ਆਪਣਾ ਤੁਸੀਂ ਅਖੀਰ 'ਤੇ ਨਾਮ ਲਿਖ ਦੇਣਾ ਹੈ। ਸੋ ਇਹ ਹੈ ਇੱਕ ਸਿੰਪਲ ਜੀ ਇਨਫੋਰਮਲ ਲੈਟਰ ਜਿਹੜੀ ਕਿ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ। ਐਕਟੀਵਿਟੀ 9, you are ਹਰਨੂਰ ਕੌਰ, living at 829 Ranjit Avenue, Amritsar। Write a letter to your aunt thanking her for the laptop she has gifted you। ਸੋ ਤੁਹਾਡਾ ਨਾਮ ਹਰਨੂਰ ਕੌਰ ਹੈ, ਤੁਸੀਂ A29 ਰਣਜੀਤ ਐਵੇਨਿਊ ਅੰਮ੍ਰਿਤਸਰ ਵਿੱਚ ਰਹਿੰਦੇ ਹੋ। ਆਪਣੇ ਆਂਟੀ ਦਾ ਥੈਂਕਸ ਕਰੋ ਜਿਨ੍ਹਾਂ ਨੇ ਤੁਹਾਨੂੰ ਲੈਪਟਾਪ ਦਿੱਤਾ। ਲੋ ਜੀ, ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਆਪਾਂ ਹੁਣ ਤੱਕ ਅੰਕਲ ਜੀ ਦਾ ਥੈਂਕਸ ਕਰਦੇ ਆ ਰਹੇ ਹਾਂ, ਠੀਕ ਹੈ, ਕਿ ਉਹਨਾਂ ਨੇ ਸਾਨੂੰ ਬਰਥਡੇ ਵਾਚ ਦਿੱਤੀ, ਆਪਾਂ ਹੁਣ ਬਰਥਡੇ ਲੈਪਟਾਪ ਦਾ ਥੈਂਕਸ ਕਰ ਦਾਂਗੇ। ਅੱਗੇ ਅੰਕਲ ਜੀ ਦਾ ਕਰਦੇ ਸੀ, ਹੁਣ ਆਂਟੀ ਜੀ ਦਾ ਕਰ ਦਿੰਦੇ ਹਾਂ। ਸੋ ਸਭ ਤੋਂ ਪਹਿਲਾਂ ਆਪਣਾ ਐਡਰੈਸ ਲਿਖ ਲਓ, 829 ਰਣਜੀਤ ਐਵੇਨਿਊ ਅੰਮ੍ਰਿਤਸਰ। ਓਕੇ, ਸੋ ਇੱਥੇ ਤੁਸੀਂ ਕੋਈ ਵੀ ਡੇਟ ਪਾ ਸਕਦੇ ਹੋ। ਸੋ ਆਓ ਸ਼ੁਰੂ ਕਰਦੇ ਹਾਂ। ਡੀਅਰ ਆਂਟ, I am writing this letter to thank you for the beautiful gift that you have sent me on my birthday, and it was a beautiful laptop। Really, in this age of online learning, I am in dire need of this gadget। ठीक है, dire ਹੁੰਦਾ ਬਹੁਤ ਜ਼ਿਆਦਾ, ठीक है, ਅਤਿਅੰਤ। ਸੋ ਜੇ ਸਿੰਪਲ ਲਿਖਣਾ ਤਾਂ ਲਿਖ ਦਿਓ, in the age of online learning, I was in great need of this gadget। My happiness knew no bounds। Tears of joy have appeared in my eyes। So thank you very much once again for sending me this beautiful gift on my birthday। Do visit us soon। ਕਿ ਸਾਨੂੰ ਜਲਦੀ ਮਿਲੋ। We are eagerly waiting for you। Your lovingly, ਹਰਨੂਰ ਕੌਰ। ਸੋ ਇਹ ਸੀ ਲਾਸਟ ਲੈਸਨ ਆਫ ਦਿਸ ਬੁੱਕ। ਜਿਸ ਤੋਂ ਅੱਗੇ ਵੀ ਡਿਪਾਰਟਮੈਂਟ ਨੇ ਕੋਈ ਨਵਾਂ ਲੈਸਨ ਅੱਜ ਇੰਟਰੋਡਿਊਸ ਕੀਤਾ ਤੇ ਉਹਦੇ ਵਿੱਚ ਵੀ ਆਪਾਂ ਜ਼ਰੂਰ ਮਿਲਾਂਗੇ। ਸੋ ਇਹ ਪਿਛਲੇ ਸਾਲ ਲੈਸਨ ਨਹੀਂ ਸੀ, ਇਸ ਬਾਰੇ 2023-24 ਸੈਸ਼ਨ ਦੇ ਵਿੱਚ ਇਹ ਨਵਾਂ ਇੰਟਰੋਡਿਊਸ ਹੋਇਆ ਹੈ। ਸੋ ਹੋਪ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਅਤੇ ਕਈ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਥੈਂਕ ਯੂ ਵੈਰੀ ਮੱਚ।